ਐਜੂਕੇਸ਼ਨ ਦਾ ਬਜਟ ਵਧਾ ਦਿੱਤਾ, ਹੈਲਥ ਦਾ ਬਜਟ ਵਧਾ ਦਿੱਤਾ, ਇੰਡਸਟਰੀ ਦਾ ਬਜਟ ਵਧਾ ਦਿੱਤਾ, ਪਰ ਇਸ ਚੀਜ਼ ਨੂੰ ਲੈ ਕੇ ਕਲੈਰਿਟੀ ਨਹੀਂ ਹੈਗੀ ਕਿ ਸਰਕਾਰ ਦਾ ਰੈਵਨਿਊ ਕਿਵੇਂ ਵਧੇਗਾ। ਜਿਹੜਾ ਪੈਸਾ ਲੋਕਾਂ ਦਾ ਪੈਸਾ ਜਿਹੜਾ ਮਾਫੀਆ ਅੱਧ ਵਿਚਾਲੇ ਲੁੱਟ ਕੇ ਲੈ ਜਾਂਦਾ ਸੀਗਾ ਉਸ ਪੈਸੇ ਨੂੰ, ਉਹ ਪੈਸਾ ਸਾਰਾ ਖਜ਼ਾਨੇ 'ਚ ਆਊਗਾ। ਸ਼ਰਾਬ ਦੀ ਨਵੀਂ ਪਾਲਿਸੀ ਆਈ ਆ, ਲਗਭਗ ਡਬਲ ਪੈਸੇ ਆ ਰਹੇ ਨੇ। ਐਕਸਾਈਜ਼ ਪਾਲਿਸੀ ਜਿਹੜੀ ਤੁਸੀਂ ਆਪਣੀ ਫਲੈਗਸ਼ਿਪ ਸਕੀਮ ਦੇ ਤੌਰ ਤੇ ਦਿਖਾ ਰਹੇ ਹੋ, ਠੇਕੇਦਾਰ ਕਹਿੰਦੇ ਸਰਕਾਰ ਮਾਫੀਆ ਪੈਦਾ ਕਰ ਰਹੀ ਹੈ। ਸਾਡੇ ਨਾਲ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ, ਹਾਈ ਕੋਰਟ ਪਹੁੰਚ। ਇਹ ਝੂਠ ਬੋਲ ਰਹੇ ਨੇ ਕਿ ਜਿਹੜੀ ਪਾਲਿਸੀ ਆ ਬੜੀ ਸਕਸੈਸਫੁਲ ਆ, ਪੈਸੇ ਵੱਧ ਗਏ, ਚੋਰੀ ਰੁਕ ਗਈ। ਸੋ ਬੜਾ ਸਾਡੀ ਸਕਸੈਸਫੁਲ ਪਾਲਿਸੀ ਆ। ਸੋ ਇਹਦਾ ਬਹੁਤ ਵੱਡਾ ਸਾਨੂੰ ਮਾਲੀਆ ਇਕੱਠਾ ਹੋਊਗਾ। ਤੁਹਾਨੂੰ ਲੱਗਦਾ ਕਿ 117 ਹਲਕਿਆਂ ਦੇ ਮੁਹੱਲਾ ਕਲੀਨਿਕ 13,500 ਪਿੰਡਾਂ ਦੀ ਜ਼ਰੂਰਤ ਨੂੰ ਪੂਰਾ ਕਰ ਪਾਣਗੇ? ਪਿੰਡਾਂ ਦੇ ਵਿੱਚ ਜੇ ਖੁੱਲ੍ਹਦੇ ਆ, ਇਹ ਮੈਚ ਕਿਵੇਂ ਹੋਗਾ? ਤੁਹਾਨੂੰ ਨਹੀਂ ਲੱਗਦਾ ਕਿ ਖਿਲਾਫ ਪਾੜਾ ਬਹੁਤ ਜ਼ਿਆਦਾ ਵੱਧ ਜਾਣਾ ਇਹਦੇ ਨਾਲ? ਅਜੇ ਮੁੱਢਲਾ ਪੜਾਅ, ਜਦੋਂ ਮੁੱਢਲਾ ਕੋਈ ਪੜਾਅ ਹੁੰਦਾ ਕਿਸੇ ਵੀ ਕੰਮ ਲਈ, ਬਹੁਤ ਸਾਰੀਆਂ ਔਕੜਾਂ ਹੁੰਦੀਆਂ ਨੇ, ਉਹ ਔਕੜਾਂ ਦੂਰ ਕਰ ਰਹੇ ਹਾਂਗੇ। ਔਰ ਮੁਹੱਲਾ ਕਲੀਨਿਕ ਮੈਂ ਫਿਰ ਦਾਅਵੇ ਨਾਲ ਕਹਿ ਰਿਹਾ ਕਿ ਪੂਰੇ ਪੰਜਾਬ 'ਚ ਐਸਟੈਬਲਿਸ਼ ਕਰਾਂਗੇ। ਓਟ ਸੈਂਟਰ, ਨਵੇਂ ਓਟ ਸੈਂਟਰ ਜਿਹੜਾ ਹੈਗਾ ਪੰਜਾਬ 'ਚ ਬਣਾਏ ਜਾ ਰਹੇ ਨੇ। ਹੁਣ 300 ਯੂਨਿਟ ਬਿਜਲੀ ਜਿਹੜੀ ਹੈਗੀ ਹੈ ਕਿਹਨਾਂ ਨੂੰ ਮਿਲੇਗੀ? ਸਾਰਿਆਂ ਨੂੰ ਮਿਲੇਗੀ ਜਾਂ ਇਹਦੇ ਵਿੱਚ ਕੋਈ ਵਰਗ ਤੈਅ ਕੀਤੇ ਨੇ? GST ਕੰਪਨਸੇਸ਼ਨ ਬੰਦ ਹੋ ਜਾਣਾ, ਕਰੀਬ 16,000 ਕਰੋੜ ਰੁਪਇਆ। 2 ਮਹੀਨਿਆਂ 'ਚ ਤੁਹਾਨੂੰ 8,000 ਕਰੋੜ ਰੁਪਇਆ ਜੇ ਕਰਜ਼ਾ ਲੈਣਾ ਪੈ ਗਿਆ, 16,000 ਕਰੋੜ ਜੇ ਤੁਹਾਡਾ ਉਹ ਮਿਸ ਹੋ ਜਾਂਦਾ, ਆਣਾ ਬੰਦ ਹੋ ਜਾਂਦਾ, ਫਸੋਗੇ ਨਹੀਂ ਇਕਨੋਮਿਕਲੀ ਬਹੁਤ ਬੁਰੀ ਤਰ੍ਹਾਂ ਨਾਲ? ਨਹੀਂ ਫਸਦੇ। ਅਸੀਂ ਆਪਣੇ ਪੈਰਾਂ ਤੇ ਖੜੇ ਕਰਨ ਹੋਣ ਦੀਆਂ ਬਹੁਤ ਸਕੀਮਾਂ ਬਣਾ ਰਹੇ ਹਾਂਗੇ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਹਰਪਾਲ ਚੀਮਾ ਨੇ ਅੱਜ ਆਪਣੀ ਸਰਕਾਰ ਦਾ ਪਹਿਲਾ ਬਜਟ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਹੈ। ਬਹੁਤ ਸਾਰੇ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਨਵੇਂ ਟੈਕਸ ਨਹੀਂ ਲਾਏ ਗਏ, ਪਰ ਕਈ ਸਾਰੇ ਖੇਤਰ ਅਜੇ ਵੀ ਨੇ ਜਿਨ੍ਹਾਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਜਿਹੜੀਆਂ ਨਵੀਆਂ ਯੋਜਨਾਵਾਂ ਅਨਾਉਂਸ ਕੀਤੀਆਂ ਗਈਆਂ ਬਜਟ ਦੇ ਵਿੱਚ, ਉਹ ਪੂਰੀਆਂ ਕਿਵੇਂ ਹੋਣਗੀਆਂ। ਇੱਕ ਪੋਪੂਲਿਸਟ ਬਜਟ ਨਜ਼ਰ ਆ ਰਿਹਾ ਹੈ, ਪਰ ਕੀ ਜ਼ਮੀਨੀ ਪੱਧਰ ਤੇ ਉਹ ਵਾਅਦੇ ਸਾਰੇ ਪੂਰੇ ਕੀਤੇ ਜਾ ਸਕਦੇ ਹੈ? ਜਦੋਂ ਸਰਕਾਰ ਆਪ ਮੰਨਦੀ ਹੈ ਕਿ ਪੰਜਾਬ ਦੇ ਉੱਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ, ਫਿਰ ਜਿਹੜੇ ਸਿੱਖਿਆ ਦਾ ਬਜਟ ਲਗਭਗ ਡਬਲ ਕੀਤਾ ਗਿਆ, ਹੈਲਥ ਫੈਸਿਲਿਟੀਜ਼ ਦਾ ਬਜਟ ਜਿਹੜਾ ਲਗਭਗ ਡਬਲ ਕੀਤਾ ਗਿਆ, ਇੰਡਸਟਰੀ ਦਾ ਬਜਟ ਜਿਹੜਾ ਲਗਭਗ ਡਬਲ ਕੀਤਾ ਗਿਆ, ਇਹ ਖਰਚੇ ਸਰਕਾਰ ਪੂਰੇ ਕਿੱਥੋਂ ਕਰੇਗੀ? ਸਿਰਫ ਇਹ ਦਾਅਵਾ ਕਰ ਦੇਣਾ ਕਾਫੀ ਨਹੀਂ ਹੈਗਾ ਕਿ ਅਸੀਂ ਬਹੁਤ ਇਮਾਨਦਾਰ ਹੈਗੇ ਹਾਂ। ਇਸ ਮੁੱਦੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਹੁਣੇ ਬਜਟ ਪੇਸ਼ ਕਰਨ ਤੋਂ ਬਾਅਦ ਸਾਡੇ ਨਾਲ ਐਕਸਕਲੂਸਿਵਲੀ ਜੁੜ ਰਹੇ ਨੇ ਹਰਪਾਲ ਚੀਮਾ ਸਾਹਿਬ। ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਧੰਨਵਾਦ। ਚੀਮਾ ਸਾਹਿਬ, ਜਿਹੜੀ ਗੱਲ ਮੈਂ ਸ਼ੁਰੂਆਤ ਦੇ ਵਿੱਚ ਕਹੀ, ਐਜੂਕੇਸ਼ਨ ਦਾ ਬਜਟ ਵਧਾ ਦਿੱਤਾ, ਹੈਲਥ ਦਾ ਬਜਟ ਵਧਾ ਦਿੱਤਾ, ਇੰਡਸਟਰੀ ਦਾ ਬਜਟ ਵਧਾ ਦਿੱਤਾ, ਪਰ ਇਸ ਚੀਜ਼ ਨੂੰ ਲੈ ਕੇ ਕਲੈਰਿਟੀ ਨਹੀਂ ਹੈਗੀ ਕਿ ਸਰਕਾਰ ਦਾ ਰੈਵਨਿਊ ਕਿਵੇਂ ਵਧੇਗਾ। ਸਰਕਾਰ ਪਹਿਲੇ ਹੀ ਰੈਵਨਿਊ ਡੈਫਿਸਿਟ ਦੇ ਵਿੱਚ ਬੜੇ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ, ਉਹਦੇ ਸਰੋਤ ਕੀ ਹੈਗੇ ਨੇ ਉਹ ਕਲੀਅਰ ਨਹੀਂ ਹੋਏ ਪੂਰੀ ਤਰ੍ਹਾਂ ਦੇ ਨਾਲ। ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਉਹ 100% ਗਰੰਟੀਆਂ ਬਿਲਕੁਲ ਇਮਾਨਦਾਰੀ ਨਾਲ ਪੂਰੇ ਕਰਾਂਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੈਸਾ ਕਿੱਥੋਂ ਆਊਗਾ, ਜਿਹੜਾ ਪੈਸਾ ਲੋਕਾਂ ਦਾ ਪੈਸਾ ਜਿਹੜਾ ਮਾਫੀਆ ਅੱਧ ਵਿਚਾਲੇ ਲੁੱਟ ਕੇ ਲੈ ਜਾਂਦਾ ਸੀਗਾ ਉਸ ਪੈਸੇ ਨੂੰ, ਉਹ ਪੈਸਾ ਸਾਰਾ ਖਜ਼ਾਨੇ 'ਚ ਆਊਗਾ। ਸ਼ਰਾਬ ਦੀ ਨਵੀਂ ਪਾਲਿਸੀ ਆਈ ਆ, ਲਗਭਗ ਡਬਲ ਪੈਸੇ ਆ ਰਹੇ ਨੇ। ਔਰ ਇਸੇ ਤਰ੍ਹਾਂ GST ਦੀ ਕਲੈਕਸ਼ਨ ਆ, ਉਹਦੇ ਵਿੱਚ ਚੋਰੀ ਰੋਕਣ ਲਈ ਅਸੀਂ ਇੰਟੈਲੀਜੈਂਟ ਯੂਨਿਟ ਜਿਹੜੇ ਹੈਗੇ ਨੇ ਤਿਆਰ ਕਰ ਰਹੇ ਹਾਂਗੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਖੇਤਰ ਨੇ, ਕਰਦੇ ਮਾਲੀਏ ਦੇ, ਉਹਨਾਂ ਸਾਰਿਆਂ ਦੇ ਵਿੱਚ ਰੈਵਨਿਊ ਜਿਹੜਾ ਹੈਗਾ ਜੰਪ ਕਰ ਰਿਹਾ, ਕਿਉਂਕਿ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਟੈਕਸ ਪੇ ਕਰਦੇ ਨੇ। ਪਰ ਲੇਕਿਨ ਰਾਸਤੇ ਵਿੱਚੋਂ ਟੈਕਸ ਜਿਹੜਾ ਉਹ ਰਾਸਤੇ ਵਿੱਚ ਹੀ ਰਹਿ ਜਾਂਦਾ ਸੀਗਾ, ਉਹ ਹੁਣ ਸਿੱਧਾ ਖਜ਼ਾਨੇ 'ਚ ਆਇਆ ਕਰੂਗਾ। ਪਹਿਲਾਂ ਟਰਾਂਸਪੋਰਟ ਦੇ ਵਿੱਚ ਕੁਝ ਪਰਿਵਾਰਾਂ ਦੀਆਂ ਬੱਸਾਂ ਕੋਈ ਬਠਿੰਡੇ ਤੋਂ ਚੱਲਦੀਆਂ ਸੀ, ਡੱਬਵਾਲੀ ਤੋਂ ਚੱਲਦੀਆਂ ਸੀ, ਅੰਮ੍ਰਿਤਸਰ ਤੋਂ ਚੱਲਦੀਆਂ ਸੀ, ਏਅਰਪੋਰਟ ਤੱਕ ਜਾਂਦੀਆਂ ਸੀ, ਔਰ ਲੋਕਾਂ ਦੀ ਲੁੱਟ ਕਰਦੇ 3-3, 4-4 ਹਜ਼ਾਰ, 5-5 ਹਜ਼ਾਰ ਟਿਕਟ ਦਾ ਲੈਂਦੇ ਸੀ। ਇੱਕ ਪਾਸੇ ਦਾ 5-5 ਹਜ਼ਾਰ ਲੈਂਦੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਟਰਾਂਸਪੋਰਟ ਮਾਫੀਆ ਨੂੰ ਤਹਿਸ-ਨਹਿਸ ਕੀਤਾ। ਆਪਣੀਆਂ ਬਾਲਬੋ ਬੱਸਾਂ ਪਾਈਆਂ ਨੇਗੀਆਂ, ਨਵੀਆਂ ਬੱਸਾਂ, ਕੀ ਉਹਦੇ ਨਾਲ ਪੈਸਾ ਨਹੀਂ ਆਊਗਾ? ਜੇ ਅਸੀਂ ਇੱਕ MLA ਇੱਕ ਪੈਨਸ਼ਨ ਕੀਤੀ ਆ ਤਾਂ ਲਗਭਗ 20 ਕਰੋੜ ਰੁਪਏ ਸਾਲਾਨਾ ਬਚਤ ਹੁੰਦੀ ਹੈ, 5 ਸਾਲਾਂ 'ਚ 100 ਕਰੋੜ ਦੀ ਬਚਤ ਹੁੰਦੀ ਹੈਗੀ। ਸੋ ਇਸੇ ਤਰ੍ਹਾਂ ਹੋਰ ਬਹੁਤ ਛੋਟੇ ਛੋਟੇ ਵੀ ਨੇ ਔਰ ਵੱਡੇ ਵੀ ਨੇਗੇ, ਬੜੇ ਛੋਟੇ ਛੋਟੇ ਬਚਾਅ ਕਰ ਰਹੇ ਹਾਂ। ਔਰ ਸਾਡਾ ਸਰਕਾਰ ਦਾ ਮੰਨਣਾਗਾ ਕਿ ਬੇਲੋੜੀਆਂ ਫਜ਼ੂਲ ਖਰਚੀਆਂ ਘਟਾ ਕੇ ਪੈਸਾ ਬਚਾਇਆ ਜਾਵੇ, ਔਰ ਲੋਕਾਂ ਦੇ ਨਾਲ ਜਿਹੜੇ ਪ੍ਰੈਜ਼ੈਂਟ ਚੱਲ ਰਹੇ ਟੈਕਸ ਤੇ
ਜੇ ਟੈਕਸ ਚੱਲ ਰਿਹਾ, ਜਿਹੜੀ ਟੈਕਸ ਰਜੀਮ ਹੁਣ ਚੱਲ ਰਹੀ ਆ ਉਸੇ ਦੇ ਤਹਿਤ ਟੈਕਸ ਦੇ ਵਿੱਚ ਕਲੈਕਸ਼ਨ 'ਚ ਵਾਧਾ ਕੀਤਾ ਜਾਵੇ, ਤਾਂ ਜਿਹੜਾ ਮੈਂ ਸਮਝਦਾ ਇਹ ਸਾਰੀਆਂ ਪੂਰੀਆਂ ਹੋਣਗੀਆਂ। ਬਿਲਕੁਲ 100% ਜਿੰਨੀਆਂ ਅੱਜ ਅਨਾਉਂਸਮੈਂਟਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਲਗਭਗ 17% ਅਸੀਂ ਉਸ ਦਾ ਵਾਅਦਾ ਕੀਤਾ ਗਿਆ, 100% ਪੂਰਾ ਕਰਾਂਗੇ। ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦਾ ਐਜੂਕੇਸ਼ਨ ਦਾ ਮਾਡਲ, ਮਨੀਸ਼ ਸਿਸੋਦੀਆ ਜੀ ਨੇ ਐਜੂਕੇਸ਼ਨ ਦੇ ਉੱਤੇ, ਸਾਡੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਬ ਕੇ ਕੰਮ ਕੀਤਾ। ਇਸ ਤਰ੍ਹਾਂ ਹੈਲਥ ਸੈਕਟਰ ਦੀ ਗੱਲ ਕਰ ਲਈਏ, ਗੁੱਡ ਗਵਰਨੈਂਸ ਦੇ ਵਿੱਚ ਜਿੰਨੇ ਪੈਸੇ ਲੱਗਣੇ ਸਾਰਿਆਂ ਦੇ ਉੱਤੇ ਸਾਡਾ ਦਿੱਲੀ ਦਾ ਇੱਕ ਸਕਸੈਸਫੁਲ ਮਾਡਲ ਹੈਗਾ, ਉਹ ਪੰਜਾਬ 'ਚ ਲਾਗੂ ਹੋ ਰਿਹਾ। ਤੁਸੀਂ ਦੇਖਿਓ ਵੀ ਜਿੰਨੀਆਂ ਗਰੰਟੀਆਂ ਅਸੀਂ ਦਿੱਤੀਆਂ ਨੇਗੀਆਂ ਉਹ 100% ਪੂਰੀਆਂ ਕਰਾਂਗੇ, ਔਰ ਸਾਰੀਆਂ ਤੇ ਕੰਮ ਕਰਨਾ ਸ਼ੁਰੂ ਹੋ ਗਿਆ। ਤੁਸੀਂ ਮੈਂ ਇੱਕ ਆਪਾਂ ਥੋੜੇ ਜਿਹੇ ਮੁੱਦਿਆਂ ਨੂੰ ਇੱਕ ਇੱਕ ਕਰਕੇ ਟੱਚ ਕਰ ਲੈਂਦੇ। ਤੁਸੀਂ ਸ਼ਰਾਬ ਦਾ ਜ਼ਿਕਰ ਕੀਤਾ ਕਿ ਸਰਕਾਰ 57% ਰੈਵਨਿਊ ਜਿਹੜਾ ਵਾ ਉਹ ਸ਼ਰਾਬ ਤੋਂ ਵਧਾਏਗੀ। ਇਹ ਪੋਸੀਬਿਲਿਟੀ ਤੁਹਾਨੂੰ ਨਜ਼ਰ ਕਿਵੇਂ ਆਉਂਦੀ ਹੈ? ਇਹ ਤੁਹਾਡੀ ਅਸੈਸਮੈਂਟ ਹੈਗੀ ਹੈ? ਤੁਹਾਨੂੰ ਲੱਗਦਾ ਲੀਕਰ ਕੰਜ਼ੰਪਸ਼ਨ ਇੰਨੀ ਵੱਧ ਜਾਏਗੀ ਕਿਉਂਕਿ ਤੁਸੀਂ ਇਹਦਾ ਜਿਹੜਾ ਸਰਕਾਰ ਦਾ ਫਿਕਸ ਜਿਹੜਾ ਉਹ ਖਰਚਾ ਹੈਗਾ, ਜਿਹੜਾ ਪੱਕਾ ਖਰਚਾ ਹੈਗਾ ਕਰੀਬਨ 66,000 ਕਰੋੜ ਦਾ ਤੁਸੀਂ ਜ਼ਿਕਰ ਕੀਤਾ, ਇਹ ਘਾਟਾ ਸ਼ਰਾਬ ਦੀ ਵਿਕਰੀ ਦੇ ਨਾਲ ਪੂਰਾ ਹੋਏਗਾ ਵੀ 57% ਇਧਰੋਂ ਤੁਸੀਂ ਵਧਾਓਗੇ ਤੇ ਦੂਜੇ ਪਾਸੇ ਤੁਸੀਂ ਉਹਨੂੰ ਫਿਕਸ ਕਰ ਪਾਓਗੇ? ਦੇਖੋ, ਸ਼ਰਾਬ ਦੇ ਵਿੱਚ ਬਹੁਤ ਵੱਡਾ ਇੱਕ ਸ਼ਰਾਬ ਮਾਫੀਆ ਪੰਜਾਬ 'ਚ ਕੰਮ ਕਰ ਰਿਹਾ ਸੀਗਾ, ਜਿਹੜਾ ਹਰਿਆਣੇ ਤੋਂ ਲਿਆ ਕੇ, ਚੰਡੀਗੜ੍ਹ ਤੋਂ ਲਿਜਾ ਕੇ, ਰਾਜਸਥਾਨ ਤੋਂ ਲਿਆ ਕੇ, ਉਧਰ ਜੰਮੂ ਕਸ਼ਮੀਰ ਤੋਂ ਲਿਆ ਕੇ, ਉਸ ਦੀਆਂ ਬੈਲਟਾਂ 'ਚ ਹਿਮਾਚਲ ਤੋਂ ਲਿਆ ਕੇ ਪੰਜਾਬ ਵਿੱਚ ਜਿਹੜੀ ਨਜਾਇਜ਼ ਸ਼ਰਾਬ ਵੇਚਦਾ ਸੀ, ਔਰ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈਂਦਾ ਸੀਗਾ। ਪਿੰਡਾਂ ਜਾ ਕੇ ਦੇਖ ਲਓ, ਹਰਿਆਣੇ ਦੀ ਸ਼ਰਾਬ ਸ਼ਰੇਆਮ ਵਿਕਦੀ ਸੀਗੀ। ਹੁਣ ਅਸੀਂ ਇੱਕ ਐਸੀ ਪਾਲਿਸੀ ਤਿਆਰ ਕੀਤੀ ਹੈ ਕਿ ਜਿਹੜਾ ਇਹ ਸ਼ਰਾਬ ਦਾ ਮਾਫੀਆ, ਇਹ ਲਗਭਗ ਪੰਜਾਬ ਵਿੱਚੋਂ ਡੈਡ ਹੋ ਗਿਆ, ਖਤਮ ਹੋ ਗਿਆ। ਇਹ ਮਾਫੀਆ ਜਦੋਂ ਖਤਮ ਹੋ ਗਿਆ, ਸਾਰਾ ਪੈਸਾ ਉਹ ਖਜ਼ਾਨੇ 'ਚ ਆਊਗਾ। ਜਦੋਂ ਖਜ਼ਾਨੇ 'ਚ ਆਊਗਾ, ਆਪਣੇ ਆਪ ਪੈਸਾ ਸਾਡੀ ਸਰਕਾਰ ਕੋਲੇ ਆਊਗਾ। ਚੀਮਾ ਸਾਹਿਬ, ਤੁਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਲੋਕਾਂ ਤੋਂ ਪੁੱਛ ਕੇ ਬਜਟ ਬਣਾਇਆ। ਐਕਸਾਈਜ਼ ਪਾਲਿਸੀ ਜਿਹੜੀ ਤੁਸੀਂ ਆਪਣੀ ਫਲੈਗਸ਼ਿਪ ਸਕੀਮ ਦੇ ਤੌਰ ਤੇ ਦਿਖਾ ਰਹੇ ਹੋ, ਠੇਕੇਦਾਰ ਕਹਿੰਦੇ ਸਰਕਾਰ ਮਾਫੀਆ ਪੈਦਾ ਕਰ ਰਹੀ ਹੈ। ਸਾਡੇ ਨਾਲ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ, ਹਾਈ ਕੋਰਟ ਪਹੁੰਚ ਗਏ। ਦੇਖੋ, ਜਿਹੜੀ ਐਕਸਾਈਜ਼ ਪਾਲਿਸੀ ਦੇ ਤਹਿਤ ਹੁਣ ਬਿਡ ਜਿਹੜੀ ਆ ਠੇਕਿਆਂ ਨੂੰ ਜਿਹੜਾ ਹੈਗਾ ਚੜਾਉਣ ਦਾ ਕੰਮ, ਸ਼ਰਾਬ ਦੇ ਠੇਕਿਆਂ ਨੂੰ ਚੜਾਉਣ ਦਾ ਕੰਮ ਚੱਲ ਰਿਹਾ ਹੈਗਾ, ਉਹ ਸਕਸੈਸਫੁਲ ਚੱਲ ਰਿਹਾ ਹੈਗਾ, ਔਰ ਲੋਕ ਆ ਕੇ ਲੈ ਰਹੇ ਨੇ। ਔਰ ਪੰਜਾਬ ਦੇ ਲੋਕ ਨੇਗੇ, ਇੱਕ ਵੀ ਬਾਹਰਲੇ ਸੂਬੇ ਦਾ ਕੋਈ ਵਿਅਕਤੀ ਪੰਜਾਬ 'ਚ ਨਹੀਂ ਆਇਆ ਹਜੇ ਤੱਕ। ਇਹ ਝੂਠ ਬੋਲ ਰਹੇ ਨੇ ਕਿ ਜਿਹੜੀ ਪਾਲਿਸੀ ਆ ਬੜੀ ਸਕਸੈਸਫੁਲ ਆ, ਪੈਸੇ ਵੱਧ ਗਏ, ਚੋਰੀ ਰੁਕ ਗਈ। ਸੋ ਬੜਾ ਸਾਡੀ ਸਕਸੈਸਫੁਲ ਪਾਲਿਸੀ ਆ। ਸੋ ਇਹਦੇ ਨਾਲ ਬਹੁਤ ਵੱਡਾ ਸਾਨੂੰ ਮਾਲੀਆ ਇਕੱਠਾ ਹੋਊਗਾ। ਔਰ ਜਿਹੜੀ ਮੈਂ ਤੁਹਾਨੂੰ ਇੰਟੈਲੀਜੈਂਟ ਯੂਨਿਟ ਦੀ ਗੱਲ ਕੀਤੀ ਆ, ਇੰਟੈਲੀਜੈਂਟ ਟੈਕਸ ਯੂਨਿਟ ਦੀ ਗੱਲ ਕੀਤੀ ਆ, ਉਹਦੇ ਨਾਲ ਅੱਜ ਕੱਲ੍ਹ ਕਿਉਂਕਿ ਸੰਚਾਰ ਦੇ ਸਾਧਨ ਹੋਣ ਕਰਦੇ ਟੈਕਸ ਦੀ ਜਿੱਥੇ ਚੋਰੀ ਹੁੰਦੀ ਹੈ ਉਹਨੂੰ ਫੜਨਾ ਸੰਚਾਰ ਦੇ ਰਾਹੀਂ ਹੀ ਸੰਭਵ ਆ। ਸੋ ਅਸੀਂ ਆਪਣੇ ਉਹ ਟੈਕਨੀਕਲ ਯੂਨਿਟ ਦੇ ਰਾਹੀਂ ਜਿੱਥੇ ਚੋਰੀ ਹੋਊਗੀ ਉਹ ਫੜਾਂਗੇ, ਔਰ ਉਹ ਵੀ ਪੈਸਾ ਪੰਜਾਬ ਦੇ ਖਜ਼ਾਨੇ 'ਚ ਆਊਗਾ। ਟੈਕਸ ਚੋਰੀ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇੱਕ ਐਕਸਪੈਰੀਮੈਂਟ ਹੋਇਆ ਸੀਗਾ ਕਿ ਇਨਸਪੈਕਟਰੀ ਰਾਜ ਖਤਮ ਕਰ ਦਈਏ, ਲੋਕਾਂ ਕੋਲੋਂ ਜਿਹੜੇ ਆਪਣੇ ਆਪ ਦੇ ਨਾਲ ਟੈਕਸ ਪੇ ਕਰ ਦੇਣ, ਇੱਕ ਇਮਾਨਦਾਰੀ ਦਾ ਫਾਰਮੂਲਾ ਲੈ ਕੇ ਆਵੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜੇ ਇਹ ਇੰਟੈਲੀਜੈਂਸ ਵਿੰਗ ਸਥਾਪਿਤ ਕਰ ਦਿੰਦੇ ਹੋ ਟੈਕਸ ਚੋਰੀ ਨੂੰ ਰੋਕਣ ਦੇ ਲਈ, ਇਹ ਕਿਤੇ ਉਸੇ ਤਰ੍ਹਾਂ ਦੇ ਨਾਲ ਇਨਸਪੈਕਟਰੀ ਰਾਜ ਇੱਕ ਵੱਖਰੇ ਕਿਸਮ ਦੀ ਗਰਾਊਂਡ ਤੇ ਕਰਪਸ਼ਨ ਤੇ ਨਹੀਂ ਪੈਦਾ ਹੋ ਜਾਏਗੀ? ਇਹਦਾ ਚੈੱਕ ਐਂਡ ਬੈਲੈਂਸ ਚੀਮਾ ਸਾਹਿਬ ਕਿਵੇਂ ਰੱਖੋਗੇ? ਦੇਖੋ, ਅਸੀਂ ਇਨਸਪੈਕਟਰੀ ਰਾਜ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਖਤਮ ਕੀਤਾਗਾ। ਅਸੀਂ ਤਾਂ ਇਨਸਪੈਕਟਰੀ ਰਾਜ ਖਤਮ ਕੀਤਾ। ਅਸੀਂ ਤਾਂ ਹੁਣ ਨਵੀਆਂ ਟੈਕਨੀਕਸ ਦੇ ਨਾਲ, ਮਾਡਰਨ ਟੈਕਨੀਕਸ ਦੇ ਨਾਲ, ਸੰਚਾਰ ਦੇ ਮਾਧਿਅਮ ਦੇ ਰਾਹੀਂ ਅਸੀਂ ਇੱਥੇ ਕੋਈ ਟੈਕਸ ਚੋਰੀ ਕਰਦੇ ਨੂੰ ਫੜਾਂਗੇ। ਇਹ ਨਹੀਂ ਹੈਗਾ ਕਿ ਲੋਕਾਂ ਨੂੰ ਘਰਾਂ 'ਚ ਜਾ ਕੇ ਫੜਾਂਗੇ। ਅਸੀਂ ਕਿਹਾ ਅਸੀਂ ਟੈਕਸ ਚੋਰੀ ਬੜੇ ਤਰੀਕੇ ਦੇ ਨਾਲ ਆਊਗੀ, ਔਰ ਲੋਕ ਤੁਸੀਂ ਦੇਖ ਲਿਓ ਥੋੜੇ ਸਮੇਂ ਬਾਅਦ ਇਹ ਰਾਹਤ ਮਹਿਸੂਸ ਕਰਨਗੇ ਕਿ ਜਿਹੜਾ ਬੇਲੋੜੀ ਜਿਹੜੇ ਇਮਾਨਦਾਰ ਲੋਕ ਸੀਗੇ, ਜਾ ਕੇ ਉਹਨਾਂ ਨੂੰ ਵੀ ਸਾਡੇ ਇੰਸਪੈਕਟਰ ਤੰਗ ਕਰਦੇ ਸੀ ਜਾਂ ਹੋਰ ਦੂਜਾ ਸਿਸਟਮ ਤੰਗ ਕਰਦਾ ਸੀ, ਉਹ ਖਤਮ ਹੋ ਜਾਊਗਾ। ਇੰਸਪੈਕਟਰੀ ਰਾਜ ਤਾਂ ਖਤਮ ਹੋ ਗਿਆ। ਹੁਣ ਤਾਂ ਸਿਰਫ ਅਸੀਂ ਟੈਕਨੋਲੋਜੀ ਦੇ ਸਹਾਰੇ, ਟੈਕਨੀਕਸ ਦੇ ਸਹਾਰੇ ਜਿਹੜੀ ਚੋਰੀ ਫੜਾਂਗੇ, ਤਾਂ ਕਿ ਉਹ ਸਾਰਾ ਪੈਸਾ ਜਿਹੜਾ ਟੈਕਸ ਅਵੇਜ਼ਨ ਹੁੰਦਾ ਸੀ, ਟੈਕਸ ਦੀ ਚੋਰੀ ਹੁੰਦੀ ਸੀ, ਉਹ ਸਾਡੇ ਖਜ਼ਾਨੇ 'ਚ ਆਵੇ। ਹੈਲਥ ਦਾ ਬਜਟ ਤੁਹਾਡੀ ਦੂਸਰੀ ਸਭ ਤੋਂ ਵੱਡੀ ਸਕੀਮ, ਹੈਲਥ ਦਾ ਬਜਟ ਤੁਸੀਂ 24% ਵਧਾ ਦਿੱਤਾ। 117 ਵਿਧਾਨ ਸਭਾ ਹਲਕਿਆਂ 'ਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਕਰੀਬਨ 13,500 ਪਿੰਡ ਹੈਗੇ ਨੇ। ਉਹ ਪਿੰਡਾਂ ਦੇ ਵਿੱਚ ਕਿਤੇ ਡਿਸਪੈਂਸਰੀਆਂ ਚੱਲਦੀਆਂ, ਕਿਤੇ PHC ਚੱਲਦੇ ਨੇ, ਹੈ ਨਾ, ਪ੍ਰਾਇਮਰੀ ਹੈਲਥ ਕੇਅਰ ਸੈਂਟਰ। ਤੁਹਾਨੂੰ ਲੱਗਦਾ ਕਿ 117 ਹਲਕਿਆਂ ਦੇ ਮੁਹੱਲਾ ਕਲੀਨਿਕ 13,500 ਪਿੰਡਾਂ ਦੀ ਜ਼ਰੂਰਤ ਨੂੰ ਪੂਰਾ ਕਰ ਪਾਣਗੇ ਪਿੰਡਾਂ ਦੇ ਵਿੱਚ ਜੇ ਖੁੱਲ੍ਹਦੇ ਆ? ਇਹ ਮੈਚ ਕਿਵੇਂ ਹੋਗਾ? ਤੁਹਾਨੂੰ ਨਹੀਂ ਲੱਗਦਾ ਕਿ ਖਲਾ ਪਾੜਾ ਬਹੁਤ ਜ਼ਿਆਦਾ ਵੱਧ ਜਾਣਾ ਇਹਦੇ ਨਾਲ? ਇਹ ਬਰਾਬਰਤਾ ਕਿਵੇਂ ਆਊਗੀ? ਹਜੇ ਤਾਂ ਇਹ ਸਕੀਮ ਜਿਹੜੀ ਆ ਉਹ ਮੁੱਢਲੇ ਰੂਪ ਦੇ ਵਿੱਚ ਜਿਹੜੀ ਇੰਟਰੋਡਿਊਸ ਹੋਈ ਆ, ਹਜੇ ਤਾਂ ਸਟਾਰਟ ਹੋਈ ਆ। ਹਜੇ ਤਾਂ ਅਸੀਂ ਪਹਿਲਾ ਸਟੈਪ ਚੱਕਿਆਗਾ। ਆਉਣ ਵਾਲੇ ਸਮੇਂ ਤੇ ਬੜੀ ਤੇਜ਼ੀ ਦੇ ਨਾਲ ਪੂਰੇ ਪੰਜਾਬ 'ਚ ਮੁਹੱਲਾ ਕਲੀਨਿਕ ਬਣਨਗੇ। ਪਰ ਜਿਹੜੀਆਂ ਡਿਸਪੈਂਸਰੀਆਂ ਆਲਰੇਡੀ ਕੰਮ ਕਰ ਰਹੀਆਂ ਨੇ ਜਾਂ ਹਸਪੀਟਲ ਕੰਮ ਕਰਦੇ, ਉਹ ਕਰਦੇ ਰਹਿਣਗੇ। ਪਰ ਲੇਕਿਨ ਸਾਡਾ ਕੰਸੈਪਟ ਮੁਹੱਲਾ ਕਲੀਨਿਕ ਦਾ ਗਾ, ਉਹ ਜਿਸ ਤਰ੍ਹਾਂ ਦਿੱਲੀ 'ਚ ਬਣਾਏ ਨੇ ਪੰਜਾਬ 'ਚ ਬਣਾਵਾਂਗੇ। ਅਜੇ ਪਹਿਲਾ ਪੜਾਅ ਗਾ।
ਹਜੇ ਮੁੱਢਲਾ ਪੜਾਅ, ਜਦੋਂ ਮੁੱਢਲਾ ਕੋਈ ਪੜਾਅ ਹੁੰਦਾ ਕਿਸੇ ਵੀ ਕੰਮ ਲਈ ਬਹੁਤ ਸਾਰੀਆਂ ਔਕੜਾਂ ਹੁੰਦੀਆਂ ਨੇ, ਉਹ ਔਕੜਾਂ ਦੂਰ ਕਰ ਰਹੇ ਹਾਂਗੇ। ਔਰ ਮਹੱਲਾ ਕਲੀਨਿਕ ਮੈਂ ਫਿਰ ਦਾਅਵੇ ਨਾਲ ਕਹਿ ਰਿਹਾ ਕਿ ਪੂਰੇ ਪੰਜਾਬ 'ਚ ਐਸਟੈਬਲਿਸ਼ ਕਰਾਂਗੇ। ਪਿੰਡਾਂ ਦੀਆਂ ਜਿਹੜੇ ਹਸਪੀਟਲ, ਸਰਕਾਰੀ ਹਸਪੀਟਲ, ਡਿਸਪੈਂਸਰੀਆਂ, ਉਹ ਵੀ ਬੜੇ, ਉਹਨਾਂ ਦੀ ਵੀ ਬੜੀ ਬੁਰੀ ਹਾਲਤ ਹੈਗੀ ਹੈ। ਹੈਲਥ ਬਜਟ ਦੇ ਵਿੱਚ ਕੀ ਉਹਨਾਂ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਕਿ ਉਹਨਾਂ ਨੂੰ ਵੀ ਠੀਕ ਕਰ ਲਈਏ? ਘੱਟੋ ਘੱਟ ਤੁਹਾਡੇ ਮੁਹੱਲਾ ਕਲੀਨਿਕ ਦਾ ਇੱਕ ਅਲਟਰਨੇਟ ਖੜਾ ਹੋ ਜਾਏ। ਬਿਲਕੁਲ, ਜਿੱਥੇ ਵੀ ਕਿਤੇ ਹੈਲਥ ਡਿਪਾਰਟਮੈਂਟ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਦੀ ਲੋੜ ਆ, ਜਿੱਥੇ ਵੀ ਰੱਖ ਰਖਾਵ ਜਾਂ ਕੋਈ ਬਿਲਡਿੰਗ ਖਰਾਬ ਹੋ ਗਈ ਜਾਂ ਕੋਈ ਟੁੱਟ ਭੱਜ ਗਿਆ, ਉਹਦੇ ਲਈ ਵੀ ਜਿਹੜੀ ਬਜਟ ਪ੍ਰੋਵੀਜ਼ਨ ਕੀਤੀ ਗਈ ਹੈ। ਕਿਉਂਕਿ ਜਿਹੜੇ ਚੱਲ ਰਹੇ ਹਸਪੀਟਲ ਨੇਗੇ, ਅਸੀਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਚੱਲਦੇ ਰੱਖਣਾਗੇ। ਅਸੀਂ ਤਾਂ 2 ਨਵੇਂ ਹਸਪੀਟਲ, ਮਲਟੀ ਸਪੈਸ਼ਲਿਸਟ ਹਸਪੀਟਲ ਜਿਹੜੇ ਪੰਜਾਬ ਵਿੱਚ, ਜਿਨ੍ਹਾਂ ਵਿੱਚ ਪਟਿਆਲਾ ਤੇ ਫਰੀਦਕੋਟ, ਉਹ ਵੀ ਨਵੇਂ ਬਣਾਵਾਂਗੇ। ਅਸੀਂ ਸਿਹਤ ਸਹੂਲਤਾਂ ਨੂੰ ਵਿਸ਼ਵ ਪੱਧਰ ਦੀਆਂ ਬਣਾਵਾਂਗੇ ਤਾਂ ਕਿ ਸਾਡਾ ਕੋਈ ਵੀ ਵਿਅਕਤੀ ਪੰਜਾਬ ਦਾ ਸਿਹਤ ਦੇ ਇਲਾਜ ਵੱਲੋਂ ਜਿਹੜਾ ਹੈਗਾ ਆਪਣਾ ਦਮ ਨਾ ਤੋੜੇ ਜਾਂ ਸਿਹਤ ਦੇ ਇਲਾਜ ਵੱਲੋਂ ਵਾਂਝਾ ਨਾ ਰਹੇ। ਸੋ ਉਹਦੇ ਵੱਲੋਂ ਸਾਡੀ ਕਮਿਟਮੈਂਟ ਹੈ, ਗਰੰਟੀ ਸੀਗੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਗਰੰਟੀ ਸੀਗੀ। ਇਸ ਗਰੰਟੀ ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਔਰ ਮੈਂ ਸਮਝਦਾ ਪੂਰੀ ਹੋ ਰਹੀ ਹੈ। ਚੀਮਾ ਸਾਹਿਬ, ਹੈਲਥ ਦਾ ਜਦੋਂ ਤੁਸੀਂ ਜ਼ਿਕਰ ਕਰਦੇ ਹੋ ਔਰ ਜਿਸ ਸਮੇਂ ਤੁਸੀਂ ਵਿਰੋਧੀ ਧਿਰ 'ਚ ਸੀਗੇ, ਉਸ ਸਮੇਂ ਸਭ ਤੋਂ ਵੱਧ ਜਿੰਦਾਬਾਦ ਮੁਰਦਾਬਾਦ ਤੁਸੀਂ ਕਰਦੇ ਸੀਗੇ ਪੰਜਾਬ 'ਚ ਡਰੱਗ ਦੀ ਸਮੱਸਿਆ ਨੂੰ ਲੈ ਕੇ। ਹਸਪੀਟਲਾਂ ਦਾ ਤੁਸੀਂ ਜ਼ਿਕਰ ਕੀਤਾ, ਡੀ ਐਡਿਕਸ਼ਨ ਸੈਂਟਰਾਂ ਦਾ ਕਿਤੇ ਜ਼ਿਕਰ ਨਹੀਂ ਹੋਇਆ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਕੀ ਕਰ ਰਹੀ ਹੈ ਸਰਕਾਰ? ਨਾ ਉਹਨਾਂ ਦੇ ਲਈ ਕੋਈ ਬਜਟ ਪ੍ਰੋਵੀਜ਼ਨ ਸਾਨੂੰ ਨਜ਼ਰ ਆਈ, ਜਾਂ ਜਿਹੜੇ ਅਜੇ ਵੀ ਮੌਜੂਦਾ ਡੀ ਐਡਿਕਸ਼ਨ ਸੈਂਟਰ ਨੇ, ਨਸ਼ੇ ਦਾ ਤੋੜ ਇਲਾਜ ਕਿਵੇਂ ਕਰੋਗੇ? ਦੇਖੋ, ਜਿਹੜੇ ਓਟ ਸੈਂਟਰ ਨੇ, ਜਿਨ੍ਹਾਂ ਦਾ ਨਾਂ ਨਸ਼ਿਆਂ ਦਾ ਓਟ ਸੈਂਟਰ ਹੈ, ਉਹਨਾਂ ਦੀ ਸੰਖਿਆ ਜਿਹੜੀ ਹੈ ਕਈ ਗੁਣਾ ਵਧਾ ਦਿੱਤੀ ਗਈ ਆ। ਉਹਨਾਂ ਦੀ ਵੀ ਬਜਟ ਦੀ ਪ੍ਰੋਵੀਜ਼ਨ ਕੀਤੀ ਗਈ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇਕਰ ਤੁਸੀਂ ਕੱਲੇ ਤੇ ਬੋਲਣ ਲੱਗ ਜਾਓ ਤਾਂ ਮੈਂ ਸਮਝਦਾ ਕਈ ਦਿਨ ਲੱਗ ਜਾਣਗੇ। ਸੋ ਉਹਦਾ ਵੀ ਪ੍ਰਬੰਧ ਜਿਹੜਾ ਹੈਗਾ ਅਸੀਂ ਬਜਟ 'ਚ ਕੀਤਾ ਕਿ ਓਟ ਸੈਂਟਰ, ਨਵੇਂ ਓਟ ਸੈਂਟਰ ਜਿਹੜਾ ਹੈਗਾ ਪੰਜਾਬ 'ਚ ਬਣਾਏ ਜਾ ਰਹੇ ਨੇ। 300 ਯੂਨਿਟ ਫ੍ਰੀ ਬਿਜਲੀ, ਇਹ ਕਿਸ ਤਰ੍ਹਾਂ ਦੇ ਨਾਲ ਡਿਸਟ੍ਰੀਬਿਊਟ ਹੋਏਗੀ? ਕਿਹੜੇ ਵਰਗ ਨੂੰ ਇਹ ਮਿਲੇਗੀ? ਤੁਸੀਂ ਮੋਟਰਾਂ ਦੀ ਜਿਹੜੀ ਫ੍ਰੀ ਬਿਜਲੀ ਸੀਗੀ ਉਹ ਤੇ ਅਨਾਉਂਸ ਕਰ ਦਿੱਤਾ ਵਿਧਾਨ ਸਭਾ 'ਚ ਕਿ ਉਹ ਇਸੇ ਤਰ੍ਹਾਂ ਜਾਰੀ ਰਹੇਗੀ, ਬੰਦ ਨਹੀਂ ਹੋਏਗੀ। ਉਹ ਵੱਖਰੇ ਕਿਸਮ ਦਾ ਇੱਕ ਰੌਲਾ ਚੱਲਦਾ ਸੀ, ਸ਼ਾਇਦ ਸਰਕਾਰ ਬੰਦ ਕਰਨ ਜਾ ਰਹੀ ਹੈਗੀ ਹੈ। ਹੁਣ 300 ਯੂਨਿਟ ਬਿਜਲੀ ਜਿਹੜੀ ਹੈਗੀ ਹੈ ਕਿਹਨਾਂ ਨੂੰ ਮਿਲੇਗੀ? ਸਾਰਿਆਂ ਨੂੰ ਮਿਲੇਗੀ ਜਾਂ ਇਹਦੇ ਵਿੱਚ ਕੋਈ ਵਰਗ ਤੈਅ ਕੀਤੇ ਨੇ? ਦੇਖੋ, ਪੂਰੇ ਪੰਜਾਬ ਦੇ ਲੋਕਾਂ ਨੂੰ, ਹਰੇਕ ਘਰ ਨੂੰ 300 ਯੂਨਿਟ ਜਿਹੜਾ ਹੈਗਾ ਮੁਫਤ ਮਿਲਣਗੇ ਔਰ ਉਹਦੇ ਲਈ ਪੈਸੇ ਦਾ ਪ੍ਰਬੰਧ ਕਰ ਦਿੱਤਾ ਗਿਆ ਹੈਗਾ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲੂਗੀ। ਜਿਹਦਾ 300 ਤੱਕ ਜਿਹੜੀ ਯੂਨਿਟ ਖਪਤ ਹੋਊਗੀ ਉਹਨੂੰ ਮਿਲੂਗੀ, ਜਿਹੜੀ 300 ਤੋਂ ਵੱਧ ਹੋਊਗੀ ਉਹਨੂੰ ਨਹੀਂ ਮਿਲੂਗੀ। 300 ਤੋਂ ਵੱਧ ਹੋ ਗਿਆ ਤੇ ਫਿਰ ਬਿੱਲ ਪੂਰਾ ਬਿਲਕੁਲ ਫਿਰ ਪੂਰਾ ਬਿੱਲ ਦੇਣਾ ਪਊਗਾ। ਪਰ ਮੈਂ ਸਮਝਦਾ ਇਹਦੇ ਨਾਲ ਬਿਜਲੀ ਦੀ ਜਿਹੜੀ ਖਪਤ ਆ ਉਹਦੇ 'ਚ ਗਿਰਾਵਟ ਆਊਗੀ, ਬਿਜਲੀ ਬਚੂਗੀ, ਸਾਡੀ ਕੰਜ਼ੰਪਸ਼ਨ ਘਟੂਗੀ ਔਰ ਲੋਕਾਂ ਇਸ ਦੇ ਨਾਲ ਸਾਡਾ ਹੋਰ ਵੀ ਫਾਇਦਾ ਹੋਊਗਾ। 30 ਜੂਨ ਨੂੰ GST ਦੀ ਜਿਹੜੀ ਰਿਬੇਟ ਮਿਲਦੀ ਸੀਗੀ ਉਹ ਹੁਣ ਬੰਦ ਹੋਣ ਜਾ ਰਹੀ ਹੈ। ਕੰਪਨਸੇਸ਼ਨ ਜਿਹੜੀ 30 ਜੂਨ ਤੋਂ GST ਦੀ ਕੰਪਨਸੇਸ਼ਨ ਬੰਦ ਹੋਣ ਜਾ ਰਹੀ ਹੈ। 13-14 ਹਜ਼ਾਰ ਕਰੋੜ ਰੁਪਈਆ ਸ਼ਾਇਦ ਹੈਗੀ ਹੈ। ਉਹਦਾ ਬਦਲ ਕੀ ਹੈਗਾ ਸਰਕਾਰ ਦੇ ਕੋਲੇ? ਉਹਦਾ ਅਲਟਰਨੇਟ ਪਲਾਨ ਕੀ ਹੈਗਾ? ਕਿ ਉਹ ਵੀ ਸ਼ਰਾਬ ਤੇ ਡਿਪੈਂਡ ਹੈ? ਦੇਖੋ, ਬਿਲਕੁਲ ਤੁਹਾਡੀ ਬੜੀ ਜਾਇਜ਼ ਜਿਹੜਾ ਸਵਾਲ ਹੈਗਾ। 2017 ਦੇ ਵਿੱਚ 1 ਜੁਲਾਈ 2017 ਨੂੰ ਇਹ ਜਿਹੜੀ GST ਰਜੀਮ ਸ਼ੁਰੂ ਹੋਈ ਸੀ ਔਰ 30 ਜੂਨ ਯਾਨੀ 2 ਦਿਨਾਂ ਬਾਅਦ 30 ਜੂਨ 2022 ਨੂੰ ਖਤਮ ਹੋਣਾਗਾ। ਔਰ ਇਸ ਦੌਰਾਨ ਗਵਰਨਮੈਂਟ ਆਫ ਇੰਡੀਆ ਨੇ ਫਾਰਮੂਲਾ ਤਿਆਰ ਕੀਤਾ ਸੀਗਾ ਕਿ 14% ਦੀ ਗਰੋਥ ਜਿਹੜੀ ਆ ਹਰ ਇੱਕ ਸਾਲ ਜਿਹੜਾ ਹੈਗਾ, ਹਰ ਇੱਕ ਸਾਲ ਉਹ ਸਟੇਟਾਂ ਕਰਨਗੀਆਂ, ਪੰਜਾਬ ਵੀ ਕਰੂਗਾ। ਪੰਜਾਬ ਨੇ ਕਮਿਟ ਵੀ ਕੀਤਾ। ਹਾਂ, ਜੇਕਰ ਥੋੜਾ ਬਹੁਤਾ ਘਟਦਾਗਾ, ਮੰਨ ਲਓ 10% ਤੇ ਗਰੋਥ ਪਹੁੰਚ ਗਈ, ਜਿਹੜੇ 4% ਬਚ ਗਏ ਰਿਮੇਨਿੰਗ ਪੈਸੇ ਉਹ ਗਵਰਨਮੈਂਟ ਆਫ ਇੰਡੀਆ ਕੰਪਨਸੇਸ਼ਨ ਦੇ ਰੂਪ 'ਚ ਦੇਊਗੀ। ਪਰ ਅਫਸੋਸ, ਇਹਨਾਂ 5 ਸਾਲਾਂ 'ਚ ਕਿਸੇ ਨੇ 1% ਵੀ ਯਤਨ ਨਹੀਂ ਕੀਤਾ। ਕਾਂਗਰਸ ਪਾਰਟੀ ਦੀ ਸਰਕਾਰ ਰਹੀ, ਦੱਸ ਦੇਣ ਕਿ ਅਸੀਂ ਆਹ ਯਤਨ ਕੀਤਾ ਕਿਤੇ ਪੈਸੇ ਬਚਾਉਣ ਦਾ। ਅਸੀਂ ਕੰਸੋਲੀਡੇਟਡ ਸਿੰਕਿੰਗ ਫੰਡ ਦੇ ਵਿੱਚ 3 ਮਹੀਨੇ 'ਚ 1000 ਕਰੋੜ ਰੁਪਏ ਜਮ੍ਹਾਂ ਕਰਾਤਾ। ਇਹਨਾਂ ਨੇ 21 ਸਾਲਾਂ 'ਚ 3000 ਕਰੋੜ ਰੁਪਏ ਜਮ੍ਹਾਂ ਹੋਇਆ। ਸਾਡੇ 'ਚ ਅਸੀਂ 4000 ਕਰੋੜ ਕਰਤਾ। ਸੋ ਸਾਡੀ ਨੀਅਤ ਕਿੰਨੀ ਸਾਫ਼ ਆ ਨਾ, ਇਹ ਵੀ ਹੈ ਨਾ, ਨੀਅਤ ਕਿੰਨੀ ਸਾਫ਼ ਆ। ਅਸੀਂ 8000 ਕਰੋੜ ਦਾ ਕਰਜ਼ਾ ਲਿਆ, 10,500 ਕਰੋੜ ਦਾ ਕਰਜ਼ਾ ਮੋੜਤਾ। ਸੋ ਅਸੀਂ ਤਰੱਕੀ ਵੱਲ ਵਧ ਰਹੇ ਹਾਂ, ਅਸੀਂ ਪ੍ਰੋਗਰੈਸ ਵੱਲ ਵਧ ਰਹੇ ਹਾਂ। ਸੋ ਅਸੀਂ ਕਹਿ ਰਹੇ ਹਾਂਗੇ ਦੇਖੋ ਸਮਾਂ ਲੱਗਦਾ। ਨਹੀਂ, ਤੁਸੀਂ ਸਮਾਂ ਲੱਗਦਾਗਾ। ਇਹਦੇ ਨਾਲ ਸਵਾਲ ਇੱਕ ਜੋੜ ਦਿਓ, ਚੁਟਕੀ ਮਾਰ ਕੇ ਕੰਮ ਹੋ ਜਾਏ, ਗਲਤ ਗੱਲ ਆ। ਅਸੀਂ ਬਿਲਕੁਲ ਜਿਹੜੀ ਗੱਡੀ ਆਰਥਿਕਤਾ ਦੀ ਲੀਹੋਂ ਇਹਨਾਂ ਕਾਲੀਆਂ ਕਾਂਗਰਸੀਆਂ ਨੇ ਲਾਹੀ ਆ, ਉਹ ਇੱਕਦਮ ਤਾਂ ਲੈ ਨਹੀਂ ਗਈ। 25-30 ਸਾਲਾਂ 'ਚ ਨੇ ਲਾਤੀ, ਕਰਜ਼ਾ ਵਧਾਤਾ, ਇੰਸਟੀਟਿਊਸ਼ਨ ਨੂੰ ਤਬਾਹ ਕਰਤਾ, ਸਿਸਟਮ ਨੂੰ ਤੋੜ ਦਿੱਤਾ, ਕਿਸਾਨ ਨੂੰ ਆਤਮ ਹੱਤਿਆ ਦੇ ਰਾਹ ਤੇ ਤੋਰਤਾ। ਇਹ ਸਾਰੇ ਸਿਸਟਮ ਨੂੰ ਠੀਕ ਕਰਨ ਲਈ ਸਮਾਂ ਲੱਗੂਗਾ। ਪਰ ਲੇਕਿਨ ਅਸੀਂ ਹਰੇਕ ਪਾਸੇ, ਹਰੇਕ ਦਿਸ਼ਾ ਵੱਲ, ਹਰੇਕ ਡਾਇਰੈਕਸ਼ਨ ਵੱਲ ਆਪਦਾ ਬਜਟ ਰੱਖਿਆ ਗਿਆ, ਕੋਈ ਵੀ ਵਰਗ ਨਹੀਂ ਰਹਿਣ ਦਿੱਤਾ। ਇਸੇ 'ਚ ਹੀ ਐਡ ਕਰ ਰਿਹਾ ਚੀਮਾ ਸਾਹਿਬ ਇੱਕ ਹੋਰ ਚੀਜ਼, GST ਕੰਪਨਸੇਸ਼ਨ ਬੰਦ ਹੋ ਜਾਣਾ, ਕਰੀਬ 16000 ਕਰੋੜ ਰੁਪਇਆ। 2 ਮਹੀਨਿਆਂ 'ਚ ਤੁਹਾਨੂੰ 8000 ਕਰੋੜ ਰੁਪਇਆ ਜੇ ਕਰਜ਼ਾ ਲੈਣਾ ਪੈ ਗਿਆ, 16000 ਕਰੋੜ ਜੇ ਤੁਹਾਡਾ ਉਹ ਮਿਸ ਹੋ ਜਾਂਦਾ, ਆਣਾ ਬੰਦ ਹੋ ਜਾਂਦਾ, ਫਸੋਗੇ ਨਹੀਂ ਇਕਨੋਮਿਕਲੀ ਬਹੁਤ ਬੁਰੀ ਤਰ੍ਹਾਂ ਨਾਲ? ਨਹੀਂ ਫਸਦੇ। ਅਸੀਂ ਆਪਣੇ ਪੈਰਾਂ ਤੇ ਖੜੇ ਕਰਨ ਹੋਣ ਦੀਆਂ ਬਹੁਤ ਸਕੀਮਾਂ ਬਣਾ ਰਹੇ ਹਾਂਗੇ, ਬਹੁਤ ਪਾਲਿਸੀਜ਼ ਬਣ ਰਹੀਆਂ ਨੇਗੀਆਂ। ਮੈਂ ਫਿਰ ਕਹਿ ਰਿਹਾ, ਇਹ ਜਿੰਨੇ ਵੀ ਖੇਤਰਾਂ 'ਚੋਂ ਮਾਲੀਆ ਆਉਂਦਾਗਾ, ਜਿੱਥੋਂ ਵੀ ਮਾਲੀਆ ਪੰਜਾਬ ਦਾ ਆਉਂਦਾਗਾ,
ਉਹ ਲਗਭਗ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈਗਾ। ਬਹੁਤ ਜ਼ਿਆਦਾ ਉਹ 'ਚ ਕਲੈਕਸ਼ਨ ਅਸੀਂ ਵਧਾ ਰਹੇ ਹਾਂਗੇ। ਅਸੀਂ ਕੋਈ ਕਿਸੇ ਤੇ ਕੋਈ ਡੰਡਾ ਨਾਲ ਨਹੀਂ ਵਧਾ ਰਹੇ। ਅਸੀਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਜਾਂ ਜਿਹੜੀਆਂ ਚੋਰ ਮੋਰੀਆਂ ਰੱਖੀਆਂ ਨੇਗੀਆਂ ਉਹ ਪਲੱਗ ਕਰ ਰਹੇ ਆ, ਉਹ ਬੰਦ ਕਰ ਰਹੇ ਚੋਰ ਮੋਰੀਆਂ। ਉਹ ਜਦੋਂ ਚੋਰ ਮੋਰੀਆਂ ਬੰਦ ਹੋ ਗਈਆਂ ਪੈਸਾ ਸਾਡੇ ਕੋਲੇ ਆਊਗਾ। ਸੋ ਬਿਲਕੁਲ ਜੀਐਸਟੀ ਦੇ ਜਾਣ ਦੇ ਨਾਲ ਜੀਐਸਟੀ ਕੰਪਨਸੇਸ਼ਨ ਜਾਣ ਦਾ ਬਿਲਕੁਲ ਇੱਕ ਵਾਰੀ ਫਾਈਨੈਂਸ਼ੀਅਲ ਕਰੰਚ ਆਏਗਾ ਜਾਂ ਤੁਸੀਂ ਪ੍ਰੈਸ਼ਰ ਥੱਲੇ ਆਓਗੇ ਜਾਂ ਨਹੀਂ ਆਓਗੇ? ਦੇਖੋ ਬਿਲਕੁਲ ਇੱਕ ਵਾਰ ਬਿਲਕੁਲ ਕੋਈ ਦੋ ਰਾਏ ਨਹੀਂ ਕਿ ਝਟਕਾ ਲੱਗੂਗਾ, ਪਰ ਲੇਕਿਨ ਅਸੀਂ ਉਹ ਚੋਂ ਨਿਕਲਣ ਦੇ ਪ੍ਰਬੰਧ ਪੁਖਤਾ ਪ੍ਰਬੰਧ ਕਰ ਲਏ ਨੇ ਕਿ ਅਸੀਂ ਆਪਦਾ ਸਾਡੀ ਜਿਹੜਾ ਹੈਗਾ ਫਾਈਨਾਂਸ ਦਾ ਰੋਡ ਮੈਪ ਤਿਆਰ ਹੈਗਾ। ਇਹ ਜਿਹੜਾ ਝਟਕਾ ਨੂੰ ਝੱਲਾਂਗੇ। ਔਰ ਦੇਖੋ ਬਿਲਕੁਲ ਸੱਚ ਹੈਗਾ ਕਿ ਬਹੁਤ ਵੱਡੀ ਚੁਣੌਤੀਆਂ ਨੇਗੀਆਂ, ਪਰ ਅਸੀਂ ਉਹਨਾਂ ਚੁਣੌਤੀਆਂ ਦਾ ਦ੍ਰਿੜ ਇਰਾਦੇ ਦੇ ਨਾਲ ਅੱਛੀਆਂ ਪਾਲਿਸੀਆਂ ਦੇ ਨਾਲ ਮੁਕਾਬਲਾ ਕਰਾਂਗੇ। ਆਖਰੀ ਸਵਾਲ, ਤੁਸੀਂ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਮੈਂ 27% ਮਹਿਲਾਵਾਂ ਨੇ ਸਾਨੂੰ ਸੁਝਾਅ ਦਿੱਤੇ ਬਜਟ ਬਣਾਉਣ ਦੇ ਵਿੱਚ। ਤੁਹਾਨੂੰ ਲੱਗਦਾ ਨਹੀਂ ਕਿ 27% ਮਹਿਲਾਵਾਂ ਦੇ ਸੁਝਾਅ ਲੈ ਕੇ ਤੁਸੀਂ ਉਹ ਵੀ 27 ਨਾਰਾਜ਼ ਕਰ ਲਈਆਂ ਤੇ ਬਾਕੀ ਦੇ ਵੀ ਨਾਰਾਜ਼ ਕਰ ਲਈਆਂ ਉਹ 1000 ਰੁਪਇਆ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਦੇ ਲਈ ਅਨਾਉਂਸ ਨਾ ਕਰਕੇ? ਦੇਖੋ ਸਭ ਤੋਂ ਜਿਹੜੀ ਪੋਜ਼ਿਟਿਵ ਗੱਲ ਆ, ਵੱਡੀ ਗੱਲ ਆ ਕਿ ਸਾਡੀਆਂ ਮਹਿਲਾਵਾਂ, ਸਾਡੀਆਂ ਮਾਵਾਂ ਭੈਣਾਂ ਇਸ ਵਾਰ, ਕਿਉਂਕਿ ਦੇਖੋ ਉਹਨਾਂ ਨੂੰ ਇਸ ਤੱਕ ਦੀ ਜਿਹੜੀ ਆ ਨੌਲੇਜ ਆ ਕਿ ਪੰਜਾਬ ਦਾ ਬਜਟ ਜਿਹੜਾ ਹੈਗਾ ਉਹਨਾਂ ਦੇ ਘਰ ਦੇ ਵਿੱਚ ਕਿੰਨਾ ਜਿਹੜਾ ਹੈਗਾ ਪੈਸੇ ਬਚਾਊਗਾ। ਐਜੂਕੇਸ਼ਨ ਦੇ ਖੇਤਰ 'ਚ ਕਿੰਨੇ ਬਚਾਊਗਾ, ਹੈਲਥ ਦੇ ਖੇਤਰ 'ਚ ਕਿੰਨੇ ਬਚਾਊਗਾ, ਬਿਜਲੀ ਦੇ ਖੇਤਰ 'ਚ ਕਿੰਨੇ ਬਚਾਊਗਾ, ਪਾਣੀ ਦੇ ਖੇਤਰ 'ਚ ਕਿੰਨੇ ਬਚਾਊਗਾ। ਉਹਨਾਂ ਨੇ ਸੁਝਾਅ ਇਸ ਪ੍ਰਕਾਰ ਦੇ ਸਾਨੂੰ ਜਿਹੜੇ ਹੈਗੇ ਦਿੱਤੇ ਸੀਗੇ। ਬਿਲਕੁਲ ਸੁਝਾਅ ਪਹਿਲੀ ਵਾਰ ਆਏ ਨੇ। ਮੈਂ ਸਾਡੀਆਂ ਮਾਵਾਂ ਭੈਣਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾਗਾ। ਜਿਹੜੀ ਤੁਸੀਂ 1000 ਦੀ ਗੱਲ ਕੀਤੀ ਆ, ਸਰਕਾਰ ਦਾ ਵਾਅਦਾ ਗਾ, ਗਰੰਟੀ ਆ। ਅਰਵਿੰਦ ਕੇਜਰੀਵਾਲ ਜੀ ਦੀ ਗਰੰਟੀ ਕੋਈ ਵੀ ਖਾਲੀ ਨਹੀਂ ਜਾਊਗੀ। ਅਗਲੇ ਬਜਟ 'ਚ ਆਊਗਾ 100% ਪੂਰੀਆਂ ਕਰਾਂਗੇ। ਸਮਾਂ ਲੱਗੂਗਾ। ਜਦੋਂ ਉਹ ਸਕੀਮ ਲਾਗੂ ਕਰ ਲਈ, ਜਦੋਂ ਸਾਡੇ ਕੋਲ ਪੈਸੇ ਆ ਗਏ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੇ ਲਾਗੂ ਕਰਾਂਗੇ। ਮੈਂ ਆਖਰੀ ਸਵਾਲ ਕਿਹਾ ਸੀ, ਮੈਨੂੰ ਜਾਂਦੇ ਜਾਂਦੇ ਇੱਕ ਚੀਜ਼ ਯਾਦ ਆ ਗਈ। ਵਿਧਾਨ ਸਭਾ ਦੇ ਵਿੱਚ ਤੁਹਾਡੀ ਇਹੀ ਚੁੱਕੇ ਹੋਏ ਮੁੱਦੇ, CCL ਲਿਮਿਟ, ਕੈਸ਼ ਕ੍ਰੈਡਿਟ ਲਿਮਿਟ ਦਾ ਮੁੱਦਾ ਤੁਸੀਂ ਬਹੁਤ ਫਸਾ ਕੇ ਰੱਖੀ ਸਰਕਾਰ। ਹੁਣ ਭਗਵੰਤ ਮਾਨ ਸਰਕਾਰ ਕੀ ਕਰ ਰਹੀ ਉਸ ਦਾ? ਦੇਖੋ ਜਿੰਨੇ ਵੀ ਅਸੀਂ ਮੁੱਦੇ ਬਤੌਰ ਆਪੋਜੀਸ਼ਨ ਪੰਜਾਬ ਚੁੱਕੇ, ਉਹਨਾਂ ਸਾਰਿਆਂ ਮੁੱਦਿਆਂ ਤੇ ਸਰਕਾਰ ਕੰਮ ਕਰ ਰਹੀ ਹੈ। ਇੱਕ ਵੀ ਮੁੱਦਾ ਨਹੀਂ ਰਹਿਣ ਦੇਵਾਂਗੇ। ਸਮਾਂ ਲੱਗਦਾਗਾ ਕਿਉਂਕਿ ਸਰਕਾਰ ਆਈ ਨੂੰ ਫਿਰ ਮੈਂ ਕਹਿ ਰਿਹਾ ਕਿ 3 ਮਹੀਨੇ ਦਾ ਸਮਾਂ ਹੋਇਆ। ਬਹੁਤ ਕੰਮ ਨੇ ਪੰਜਾਬ ਦੇ। ਦੇਖ ਲਿਆ, ਕੰਮ ਹੀ ਨਹੀਂ ਕੀਤਾ ਇਹਨਾਂ ਨੇ ਤਾਂ। ਇਹ ਤਾਂ ਸਿਰਫ ਤੇ ਸਿਰਫ ਐਸ਼ਪ੍ਰਸਤੀ ਲਈ ਬਣਦੇ ਸੀ ਮਿਨਿਸਟਰ। ਕੰਮ ਕਿਸੇ ਨੇ ਨਹੀਂ ਕੀਤਾ ਹੈਗਾ। ਫਾਈਲਾਂ ਅਧੂਰੀਆਂ ਪਈਆਂ ਨੇਗੀਆਂ, ਸਾਰੀਆਂ ਫਾਈਲਾਂ ਠੀਕ ਕਰਾਂਗੇ। ਤੁਹਾਡੇ ਤੇ ਨਹੀਂ ਬੰਦੇ ਐਸ਼ਪ੍ਰਸਤੀ ਕਰਨਗੇ, ਸਾਰੇ ਕੰਮ ਕਰਾਂਗੇ। ਸਾਡੇ ਤਾਂ ਮਿਨਿਸਟਰ ਵਿਚਾਰੇ ਸਵੇਰੇ ਬਹਿ ਸ਼ਾਮ ਤੱਕ ਕੰਮ ਕਰਦੇ ਰਹਿੰਦੇ ਨੇਗੇ। ਸੋ ਬਿਲਕੁਲ ਜਿੰਨੇ ਅਸੀਂ ਕੁਐਸਚਨ ਰੇਜ਼ ਕੀਤੇ ਸੀਗੇ, ਸੋ ਉਹ ਸਾਰਿਆਂ ਤੇ ਬਿਲਕੁਲ ਕਾਰਵਾਈ ਹੋ ਰਹੀ ਆ। ਚਾਹੇ ਉਹ ਕਰਪਸ਼ਨ ਨਾਲ ਜੁੜੇ ਨੇਗੇ, ਮੈਨੂੰ ਪਤਾ ਕਿਹੜੇ ਨੇਗੇ, ਕਰਪਸ਼ਨ ਨਾਲ ਜੁੜੇ ਨੇਗੇ, ਚਾਹੇ ਸਟੇਟ ਨਾਲ ਜੁੜੇ ਨੇਗੇ, ਸਾਰਿਆਂ ਤੇ ਕੰਮ ਹੋਊਗਾ ਔਰ ਪੰਜਾਬ ਨੂੰ ਰਾਹਤ ਹੋਊਗੀ। ਬਹੁਤ ਧੰਨਵਾਦ ਚੀਮਾ ਸਾਹਿਬ। ਸੈਸ਼ਨ ਹਰਪਾਲ ਸਿੰਘ ਚੀਮਾ, ਬਜਟ ਪੇਸ਼ ਕੀਤਾ ਹੈ। ਬਹੁਤ ਸਾਰੀਆਂ ਤਰੁੱਟੀਆਂ ਜਾਂ ਕਮੀਆਂ ਕਿਤੇ ਨਜ਼ਰ ਆ ਰਹੀਆਂ ਨੇ ਜਾਂ ਸਵਾਲ ਹੈਗੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਹਰਪਾਲ ਚੀਮਾ ਦਾ ਕੁੱਲ ਮਿਲਾ ਕੇ ਜੇ ਦਾਅਵਾ ਇਹ ਹੈਗਾ ਕਿ ਕੁਝ ਸਮਾਂ ਦਿੱਤਾ ਜਾਏ ਉਹਨਾਂ ਨੂੰ, ਸਰਕਾਰ ਨੂੰ, ਤਾਂ ਕਿ ਜਿਹੜੇ ਰਹਿੰਦੇ ਵਾਅਦੇ ਨੇ ਜਾਂ ਜਿਹੜੇ ਅਧੂਰੇ ਨਜ਼ਰ ਆ ਰਹੇ ਨੇ ਉਹ ਵੀ ਪੂਰੇ ਹੋ ਸਕਣ। कैमरामैन गुलशन के नाल पमिल पाटिया, दैनिक सवेरा, चंडीगढ़। मियां मुराद अली जी, खुदा दे घर देर है अंधेर नहीं। हर समस्या दा समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ। ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ। ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।